दोस्तों हाजिर एक होर रिपोर्ट लैके चैनल रितेश लखी अनप्लग की अपनी अज इस रिपोर्ट विच मैं गल करांगा एक सियासी मुद्दे उत्ते उस राजनीतिक विषय उत्ते जिस दियां चर्चावां पंजाब दे सियासी तो लैके पंथक गलियारिਆਂ ਦੇ ਵਿੱਚ पिछले कुछ घंटिਆਂ ਤੋਂ खूब ਜ਼ੋਰਾਂ ਸ਼ੋਰਾਂ ਨਾਲ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆਂ ਦੀਆਂ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੇ ਵਿੱਚ ਚੋਣਾਂ ਨਾ ਲੜਨ ਦਾ ਫੈਸਲਾ। ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਿਆ करार ਦਿੱਤੇ ਜਾ ਚੁੱਕੇ ਨੇ। ਸੋ ਤਨਖਾਹਿਆ ਪ੍ਰਧਾਨ ਕਿਉਂਕਿ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਪਾਏਗਾ, ਪ੍ਰਚਾਰ ਨਹੀਂ ਕਰ ਪਾਏਗਾ, ਸੋ ਪਾਰਟੀ ਨੇ ਫੈਸਲਾ ਲਿਆ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦੜ ਅਤੇ ਪਾਰਟੀ ਦੀਆਂ ਸੀਨੀਅਰ ਲੈਵਲ ਦੇ ਲੀਡਰਾਂ ਦੀਆਂ ਜਿਹੜੀਆਂ ਕਮੇਟੀਆਂ ਕੋਰ ਕਮੇਟੀ ਜਾਂ ਪਾਰਲੀਮੈਂਟਰੀ ਬੋਰਡ ਉਹਨਾਂ ਲੀਡਰਾਂ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਜੇ ਪ੍ਰਧਾਨ ਚੋਣ ਨਹੀਂ ਲੜ ਪਾਏਗਾ, ਚੋਣਾਂ ਵਿੱਚ ਹਿੱਸਾ ਨਹੀਂ ਲੈ ਪਾਏਗਾ ਤਾਂ ਪੂਰੀ ਦੀ ਪੂਰੀ ਸਿਆਸੀ ਪਾਰਟੀ ਪੰਥਕ ਧਿਰ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਨਹੀਂ ਉਤਾਰੇਗੀ। ਦੋਸਤੋ ਆਪਣੀ ਅੱਜ ਦੇ ਇਸ ਰਿਪੋਰਟ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਥਿਓਰਾਈਜ਼ ਕਰਨ ਦੀ ਵੀ ਕੋਸ਼ਿਸ਼ ਕਰਾਂਗਾ ਇਸ ਰਾਜਨੀਤਿਕ ਘਟਨਾਕ੍ਰਮ ਨੂੰ। आखिर होया की है दोस्तों जिमनी चोणां यानी कि बाय इलैक्शंस। वैसे तो ਜਿਹੜੀਆਂ 4 ਵਿਧਾਨ ਸਭਾ ਸੀਟਾਂ ਉੱਤੇ ਬਾਈ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਨਵੰਬਰ ਦੇ ਪਹਿਲੇ ਹਫਤੇ ਵਿੱਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ। ਮੈਂ ਪਹਿਲਾਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਾਂਗ ਹੀ ਇਹਨਾਂ ਚੋਣਾਂ ਨੂੰ ਵੀ ਬੇਲੋੜੀਆਂ ਚੋਣਾਂ ਮੰਨਦਾ ਹਾਂ ਕਿਉਂਕਿ ਜ਼ਿਆਦਾਤਰ ਉਹਨਾਂ ਸੀਟਾਂ ਉੱਤੇ ਚੋਣਾਂ ਹੋ ਰਹੀਆਂ ਨੇ ਜਿਹੜੀ ਸੀਟਾਂ ਉੱਤੇ ਉਹਨਾਂ ਪਾਰਟੀਆਂ ਦੇ ਉਮੀਦਵਾਰ ਜੇਤੂ ਹੋਏ ਜੋ ਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਮੈਂਬਰ ਸਨ ਯਾਨੀ ਕਿ ਐਮਐਲਏ ਸਨ। ਸੋ ਆਪਣੀ ਐਮਐਲਏਸ਼ਿਪ ਛੱਡ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਪਾਰਟੀ ਨੇ ਲਿਆ ਤੇ ਇਹਨਾਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਇਹ ਲੋਕ ਜਿੱਤ ਜਾਂਦੇ ਨੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ, ਐਮਪੀ ਬਣ ਕੇ ਦਿੱਲੀ ਪਹੁੰਚ ਜਾਂਦੇ ਨੇ ਤੇ 4 ਵਿਧਾਨ ਸਭਾ ਸੀਟਾਂ ਖਾਲੀ ਹੋ ਜਾਂਦੀਆਂ ਨੇ ਜਿੱਥੇ ਜ਼ਿਮਨੀ ਚੋਣ ਹੋਣੀ ਹੁੰਦੀ ਹੈ। ਸੋ ਬੇਲੋੜੀਆਂ ਚੋਣਾਂ ਹੈਗੀਆਂ ਨੇ, ਪਾਰਟੀਆਂ ਨੂੰ ਕੋਈ ਹੋਰ ਬਿਹਤਰ ਉਮੀਦਵਾਰ ਦੇਣੇ ਚਾਹੀਦੇ ਸੀਗੇ ਮੈਂਬਰ ਪਾਰਲੀਮੈਂਟ ਲਈ। ਮੈਂ ਤਾਂ ਇਸ ਫਲਸਫੇ ਉੱਤੇ ਚੱਲਣ ਦੇ ਵਿੱਚ ਵਿਸ਼ਵਾਸ ਰੱਖਦਾ, ਲੇਕਿਨ ਕਿਉਂਕਿ ਕੋਈ ਵੀ ਹੋਣ ਵਾਲੀ ਸੂਬੇ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸੀਟ ਉੱਤੇ ਹੋਣ ਵਾਲੀ ਜ਼ਿਮਨੀ ਚੋਣ ਇਤਿਹਾਸਕ ਦ੍ਰਿਸ਼ਟੀ ਤੋਂ ਜੇ ਆਪਾਂ ਵੇਖੀਏ ਤਾਂ ਉਹ ਜ਼ਿਮਨੀ ਚੋਣ ਸਿਆਸੀ ਪਾਰਟੀਆਂ ਲਈ, ਸਮੇਂ-ਸਮੇਂ ਦੀਆਂ ਹਾਕਮ ਸਰਕਾਰਾਂ ਲਈ ਤੇ ਲੀਡਰਾਂ ਲਈ ਉਹਨਾਂ ਦੇ ਵਕਾਰ ਦੀ ਲੜਾਈਆਂ ਰਹੀਆਂ ਨੇ ਯਾਨੀ ਕਿ ਪ੍ਰੈਸਟੀਜ ਇਸ਼ੂ। ਜੇ ਸਰਕਾਰ ਹੋਵੇ ਤਾਂ ਉਸ ਦਾ ਵਕਾਰ, ਜੇ ਕੋਈ ਵਿਅਕਤੀ ਵਿਸ਼ੇਸ਼ ਹੋਵੇ ਤਾਂ ਉਸ ਦਾ ਹੰਕਾਰ। ਦੋਸਤੋ ਅਕਾਲੀ ਦਲ ਦੇ ਉੱਤੇ ਥੋੜੀ ਦੇਰ ਬਾਅਦ ਦੁਬਾਰਾ ਮੈਂ ਆਵਾਂਗਾ, ਲੇਕਿਨ ਜ਼ਿਮਨੀ ਚੋਣਾਂ ਯਾਨੀ ਕਿ ਬਾਈ ਇਲੈਕਸ਼ਨ ਦੀ ਮਹੱਤਤਾ ਪੰਜਾਬ ਦੀ ਸਿਆਸਤ ਦੇ ਪੱਖੋਂ ਕੀ ਹੈ ਪਿਛਲੇ 3-3.5 ਦਹਾਕਿਆਂ ਦੌਰਾਨ, ਇਸ ਚੀਜ਼ ਨੂੰ ਸਮਝਾਉਣ ਲਈ ਮੈਂ ਸਿਰਫ ਇੱਕ ਵੱਡਾ ਉਦਾਹਰਣ ਤੇ 2-4 ਛੋਟੀਆਂ ਮਿਸਾਲਾਂ ਤੁਹਾਨੂੰ ਅੱਜ ਇਸ ਰਿਪੋਰਟ ਵਿੱਚ ਸ਼ੁਰੂਆਤ ਦੇ ਵਿੱਚ ਹੀ ਦੇ ਦੇਣਾ ਚਾਹੁੰਦਾ ਜੋ ਕਿ ਅੱਜ ਵੀ ਸ਼ਾਇਦ ਰੈਲੇਵੈਂਟ ਨੇ। ਦੋਸਤੋ ਗਿੱਦੜਬਾਹਾ ਬਾਈ ਇਲੈਕਸ਼ਨ ਜੋ ਕਿ 90s ਦੇ ਵਿੱਚ ਹੁੰਦੀ ਹੈ, ਉਹ ਇਲੈਕਸ਼ਨ ਜਿੱਥੋਂ ਮਨਪ੍ਰੀਤ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਭਤੀਜ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦੇ ਨੇ, ਉਸ ਨੂੰ ਜਿੱਤ ਕੇ ਸਿਆਸਤ ਦੇ ਵਿੱਚ ਆਪਣਾ ਪਹਿਲਾ ਸਹੀ ਕਦਮ ਪੁੱਟਦੇ ਨੇ ਤੇ ਉੱਥੋਂ ਹੀ ਸ਼ੁਰੂ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵੀ ਰਿਵਾਈਵਲ ਕੁਝ ਹੱਦ ਤੱਕ। ਕਿਉਂਕਿ ਇਸ ਤੋਂ ਕੁਝ ਹੀ ਸਾਲ ਬਾਅਦ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਹੋਈ 1997 ਦੀ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤੇ ਪਹਿਲੀ ਇਤਿਹਾਸ ਦੇ ਵਿੱਚ ਪਹਿਲੀ ਸਰਕਾਰ ਸੀ ਜਿਸ ਨੇ 5 ਸਾਲ ਦਾ ਆਪਣਾ ਟਰਮ ਪੂਰਾ ਕੀਤਾ ਯਾਨੀ ਕਿ ਆਪਣੀ ਜੋ ਵੀ ਮਿਆਦ ਸੀ ਉਸ ਨੂੰ ਪੂਰਾ ਕੀਤਾ। ਇਸ ਤੋਂ ਪਹਿਲਾਂ ਜਿੰਨੀਆਂ ਵੀ ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਨੇ 40s ਤੋਂ 50s ਤੋਂ, ਉਹ ਸਾਰੀਆਂ ਦੀਆਂ ਸਾਰੀਆਂ ਸਰਕਾਰਾਂ 5 ਸਾਲ ਪੂਰੇ ਨਹੀਂ ਕਰ ਪਾਈਆਂ। ਕਾਂਗਰਸ ਦੀ ਕੁਝ ਇਸ ਤਰੀਕੇ ਦੀ ਰਾਜਨੀਤੀ ਰਹੀ ਹੈ ਕਿ ਇਹਨਾਂ ਸਰਕਾਰਾਂ ਨੂੰ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਡੇਗਤਾ ਗਿਆ, ਰਾਸ਼ਟਰਪਤੀ ਸ਼ਾਸਨ ਲਾਤੇ ਗਏ, ਚੋਣਾਂ ਕਰਾਤੀਆਂ ਗਈਆਂ। ਸੋ ਇਸ ਤਰੀਕੇ ਦਾ ਇਤਿਹਾਸ ਰਿਹਾ ਹੈ। ਲੇਕਿਨ ਗਿੱਦੜਬਾਹੇ ਦੀ ਜਿਸ ਬਾਏ ਇਲੈਕਸ਼ਨ ਬਾਏ ਪੋਲ ਜ਼ਿਮਨੀ ਚੋਣ ਤੋਂ ਅਕਾਲੀ ਦਲ ਦਾ ਰਿਵਾਈਵਲ ਸ਼ੁਰੂ ਹੁੰਦਾ ਹੈ, ਮਨਪ੍ਰੀਤ ਬਾਦਲ ਦੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਹੁੰਦੀ ਹੈ। ਉਹ ਜ਼ਿਮਨੀ ਚੋਣ ਜਿਸ ਨੇ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਵਾਲੇ 3 ਦਹਾਕਿਆਂ ਤੱਕ ਇੱਕ ਨਵਾਂ ਟ੍ਰੈਂਡ ਸੈੱਟ ਕਰਨਾ ਸੀ, ਇੱਕ ਨਵਾਂ ਰੁਝਾਨ ਖੜਾ ਕਰਨਾ ਸੀ। ਰੁਝਾਨ ਕੀ? ਰੁਝਾਨ ਇਹ ਕਿ ਕੋਈ ਵੀ ਜ਼ਿਮਨੀ ਚੋਣ ਸਰਕਾਰ ਦੇ ਵਕਾਰ ਦੀ ਲੜਾਈ ਬਣਦੀ ਹੈ। ਇਸ ਤੋਂ ਬਾਅਦ ਅਕਾਲੀ ਦਲ ਦੀਆਂ ਸਰਕਾਰਾਂ 3 ਸਰਕਾਰਾਂ ਬਣੀਆਂ 97 ਤੋਂ 2002, 2007 ਤੋਂ 12, 12 ਤੋਂ 17। ਇਹਨਾਂ तमाम ਟਰਮਸ ਦੌਰਾਨ ਤੇ ਇਸ ਤੋਂ ਇਲਾਵਾ ਕਾਂਗਰਸ ਦੀਆਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ 2002 ਤੋਂ 2007 ਤੇ 2017 ਤੋਂ 2022 ਦੀਆਂ ਸਰਕਾਰਾਂ ਰਹੀਆਂ। ਇਹਨਾਂ 5 ਸਰਕਾਰਾਂ ਸਮੇਂ ਦਰਜਨਾਂ ਦੀ ਗਿਣਤੀ ਦੇ ਵਿੱਚ ਬਾਈ ਇਲੈਕਸ਼ਨ ਹੋਏ ਤੇ ਹਰ ਬਾਈ ਇਲੈਕਸ਼ਨ ਉਸ ਸਮੇਂ ਦੀ ਕਿਸੇ ਵੀ ਸਿਆਸੀ ਪਾਰਟੀ ਜਾਂ ਹਾਕਮ ਧਿਰ ਦੇ ਵਕਾਰ ਦੀ ਲੜਾਈ ਹੋਇਆ ਕਰਦੀ ਸੀ। ਦੋਸਤੋ ਇੱਥੇ ਮੈਂ 2 ਛੋਟੀਆਂ ਮਿਸਾਲਾਂ ਤੇ ਆਵਾਂਗਾ।
ਹਾਲਾਂਕਿ ਹੋਰ ਬਹੁਤ ਮਿਸਾਲਾਂ ਨੇ, ਲੇਕਿਨ ਮੈਨੂੰ ਇਸ ਵਕਤ ਆਫ ਹੈਂਡ ਦੋ ਹੀ ਮਿਸਾਲਾਂ ਯਾਦ ਆਉਂਦੀਆਂ ਨੇ। 2012 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਬਣ ਜਾਂਦੀ ਹੈ ਪੰਜਾਬ ਦੇ ਵਿੱਚ, ਇੱਕ ਇਤਿਹਾਸ ਸਰਜਤਾ ਜਾਂਦਾ ਇੱਕ ਪਾਰਟੀ ਵੱਲੋਂ ਜਾਂ ਇੱਕ ਗਠਬੰਧਨ ਵੱਲੋਂ, ਜੜਜੋੜ ਵੱਲੋਂ, ਬੀਜੇਪੀ ਅਕਾਲੀ ਦਲ ਦੇ ਗਠਜੋੜ ਵੱਲੋਂ ਸਰਕਾਰ ਨੂੰ ਰਿਪੀਟ ਕਰਤਾ ਜਾਂਦਾ ਹੈ। ਉਸ ਤੋਂ ਬਾਅਦ ਦੋ ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਫੋਰਸ ਕਰਾਈਆਂ ਗਈਆਂ, ਯਾਨੀ ਕਿ ਧੱਕੇ ਦੇ ਨਾਲ ਕਰਵਾਈਆਂ ਗਈਆਂ। ਤੁਹਾਨੂੰ ਯਾਦ ਹੋਵੇਗਾ ਅਕਾਲੀ ਦਲ ਦੀ 2012 ਦੀ ਜਿੱਤ ਇੱਕ ਕੰਫਰਟੇਬਲ ਜਿੱਤ ਸੀ। ਜਿਹੜੇ ਵੀ ਪਰਮੂਟੇਸ਼ਨ, ਕੰਬੀਨੇਸ਼ਨ ਜਾਂ ਜੋ ਵੀ ਸੋਸ਼ਲ ਪੋਲੀਟੀਕਲ ਇੰਜੀਨੀਅਰਿੰਗ ਸੁਖਬੀਰ ਬਾਦਲ ਨੇ ਬਤੌਰ ਪ੍ਰਧਾਨ ਕੀਤੀ, ਉਸ ਦੇ ਨਾਲ ਹਰ ਫੈਕਟਰ ਸ਼ਾਮਲ ਸੀ, ਭਾਵੇਂ ਕਾਂਗਰਸ ਦੇ ਖੜੇ ਬਾਗੀ ਹੋਣ ਜਾਂ ਫਿਰ ਬਹੁਜਨ ਸਮਾਜ ਪਾਰਟੀ ਦਾ ਇੱਕ ਅਸਿੱਧੇ ਤਰੀਕੇ ਦੇ ਨਾਲ ਫਾਇਦਾ ਜੋ ਕਿ ਅਕਾਲੀ ਦਲ ਨੂੰ ਪਹੁੰਚਿਆ, ਜਾਂ ਫਿਰ ਕਹਿ ਲਈਏ ਕਿ ਡੇਰੇ ਸੱਚੇ ਸੌਦੇ ਦੇ ਨਾਲ ਇੱਕ ਅੰਡਰਸਟੈਂਡਿੰਗ। ਇਹਨਾਂ ਤਿੰਨਾਂ ਚੌਂ ਫੈਕਟਰਾਂ ਦੇ ਕੰਮ ਕਰਨ ਤੋਂ ਬਾਅਦ ਅਕਾਲੀ ਦਲ ਦੀ ਦੁਬਾਰਾ ਬਣੀ ਸਰਕਾਰ ਦੇ ਕਾਰਜਕਾਲ ਦੌਰਾਨ ਮੋਗੇ ਅਤੇ ਤਲਵੰਡੀ ਸਾਬੋ ਦੋ ਜਿਹੇ ਇਲੈਕਸ਼ਨ ਜਿਨ੍ਹਾਂ ਨੂੰ ਕਰਵਾਉਣ ਦੀ ਕੋਈ ਲੋੜ ਨਹੀਂ ਸੀ। ਅਕਾਲੀ ਦਲ ਕੋਲ ਇੱਕ ਬਹੁਤ ਚੰਗੀ ਗਿਣਤੀ ਦੇ ਵਿੱਚ ਵਿਧਾਇਕ ਸਨ, ਬੀਜੇਪੀ ਕੋਲ ਵੀ ਵਿਧਾਇਕ ਸਨ, ਸਰਕਾਰ ਬਹੁਤ ਹੀ ਕੰਫਰਟੇਬਲੀ ਚੱਲ ਰਹੀ ਹੁੰਦੀ ਹੈ। ਦੋਸਤੋ, ਉਸ ਨੂੰ ਮੈਂ ਸਰਕਾਰ ਦੇ ਵਕਾਰ ਦੀ ਨਹੀਂ ਬਲਕਿ ਇੱਕ ਹੰਕਾਰ ਦੀ ਜ਼ਿਮਨੀ ਚੋਣ ਮੰਨਦਾ। ਦੋਹੇ ਚੋਣਾਂ ਹੰਕਾਰ ਦੀਆਂ ਜ਼ਿਮਨੀ ਚੋਣਾਂ ਸਨ। ਤੇ ਕਿਸ ਦਾ ਹੰਕਾਰ? ਉਸ ਵਕਤ ਦੇ ਤਤਕਾਲੀ ਡਿਪਟੀ ਚੀਫ ਮਿਨਿਸਟਰ ਤੇ ਪਾਰਟੀ ਦੇ ਪ੍ਰਧਾਨ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਸੋ ਮੋਗੇ ਤੋਂ ਜੋਗਿੰਦਰ ਜੈਨ ਨੂੰ ਅਸਤੀਫਾ ਦਵਾ ਕੇ ਉੱਥੇ ਬਾਈ ਇਲੈਕਸ਼ਨ ਕਰਵਾਈ ਜਾਂਦੀ ਹੈ। ਜੋਗਿੰਦਰ ਜੈਨ ਨੂੰ ਅਕਾਲੀ ਦਲ ਤੋਂ ਟਿਕਟ ਦੇ ਕੇ ਚੋਣ ਲੜਾ ਕੇ ਜਿਤਾਇਆ ਜਾਂਦਾ ਹੈ। ਸੋ ਬੰਦਾ ਸੇਮ, ਲੇਕਿਨ ਪਾਰਟੀ ਦਾ ਲੇਬਲ ਬਦਲਿਆ ਜਾਂਦਾ ਹੈ। ਤੇ ਇਹੀ ਹੁੰਦਾ ਤਲਵੰਡੀ ਸਾਬੋ, ਜਿੱਥੇ ਜੀਤ ਮਹਿੰਦਰ ਸਿੱਧੂ ਨੂੰ ਅਸਤੀਫਾ ਦਵਾ ਕੇ ਸੀਟ ਛੜਵਾ ਕੇ ਅਕਾਲੀ ਦਲ ਦੀ ਟਿਕਟ ਤੋਂ ਖੜਾ ਕਰਕੇ ਦੁਬਾਰਾ ਜਿਤਾ ਕੇ ਵਿਧਾਇਕ ਬਣਾ ਕੇ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਦੇ ਵਿੱਚ ਇੱਕ ਹੋਰ ਵਿਧਾਇਕ ਦਾ ਵਾਅਦਾ ਕਰ ਲਿਆ ਜਾਂਦਾ ਹੈ। ਨੀਡਲੈਸ ਬਾਈ ਇਲੈਕਸ਼ਨਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨੂੰ ਝੋਕਣ ਵਾਲੀ ਪਾਰਟੀ ਕੋਈ ਹੋਰ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਅੰਡਰ ਦਾ ਲੀਡਰਸ਼ਿਪ ਆਫ ਸੁਖਬੀਰ ਬਾਦਲ ਹੀ ਸੀ। ਇਹ ਤਿੰਨ ਮਿਸਾਲਾਂ ਨੇ। ਗਿੱਦੜਬਾਹਾ ਤੋਂ ਪੋਲੀਟੀਕਲ ਰਿਵਾਈਵਲ ਸ਼ੁਰੂ ਹੁੰਦਾ ਹੈ ਤੇ ਇਸ ਤਰੀਕੇ ਦੀਆਂ ਹੋਰ ਕਿੰਨੀਆਂ ਜ਼ਿਮਨੀ ਚੋਣਾਂ ਰਹੀਆਂ। ਨਵਾਂ ਸ਼ਹਿਰ ਦੀ ਜ਼ਿਮਨੀ ਚੋਣ, ਬਹੁਤ ਹੋਰ ਹਲਕੇ ਵਿਧਾਨ ਸਭਾ ਦੇ ਜਿੱਥੇ ਜ਼ਿਮਨੀ ਚੋਣਾਂ ਹੋਈਆਂ। ਕਹਿਣ ਦਾ ਭਾਵ ਇਹ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜ਼ਿਮਨੀ ਚੋਣਾਂ ਭਾਵੇਂ ਕਿਸੇ ਵੀ ਕਾਰਨ ਤੋਂ, ਕਿੰਨੇ ਵੀ ਸੌੜੇ ਤੋਂ ਸੌੜੇ ਸਿਆਸੀ ਮਫਾਦ ਕਿਉਂ ਨਾ ਹੋਣ, ਜਿਨ੍ਹਾਂ ਦੇ ਕਾਰਨ ਸੂਬੇ ਦੇ ਵੱਖ-ਵੱਖ ਹਲਕਿਆਂ ਨੂੰ ਜ਼ਿਮਨੀ ਚੋਣਾਂ ਦੀ ਭੱਠੀ ਦੇ ਵਿੱਚ ਝੋਕਿਆ ਜਾਵੇ, ਲੋਕਾਂ ਨੂੰ ਦੁਬਾਰਾ ਵੋਟ ਪਾ ਕੇ ਇੱਕ ਨਵੀਂ ਚੁਆਇਸ ਲਈ ਮਜਬੂਰ ਕੀਤਾ ਜਾਵੇ। ਲੇਕਿਨ ਇਹਨਾਂ ਜ਼ਿਮਨੀ ਚੋਣਾਂ ਦੀ ਮਹੱਤਤਾ ਨੂੰ ਨਾ ਤਾਂ ਕਿਸੇ ਪਾਰਟੀ ਨੇ ਤੇ ਨਾ ਹੀ ਕਿਸੇ ਉਮੀਦਵਾਰ ਨੇ ਹਲਕੇ ਵਿੱਚ ਲਿਆ ਹੈ। ਤੇ ਹੁਣ ਆਪਾਂ ਵਾਪਸ ਆਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ, ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦੜ ਤੇ ਅਕਾਲੀ ਦਲ ਦੀ ਉਹ ਲੀਡਰਸ਼ਿਪ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਪੰਥਕ ਜਿਹੜੀਆਂ ਰਵਾਇਤਾਂ ਹੈਗੀਆਂ ਨੇ, ਕਦਰਾਂ ਕੀਮਤਾਂ ਹੈਗੀਆਂ ਨੇ, ਉਹਨਾਂ ਨੂੰ ਕੋਈ ਢਾਹ ਨਾ ਲੱਗੇ, ਉਹ ਸੈਂਟੀਮੈਂਟਸ ਨੂੰ ਚੋਟ ਨਾ ਲੱਗੇ। ਇਸ ਵਾਸਤੇ ਕਿਉਂਕਿ ਪਾਰਟੀ ਦਾ ਪ੍ਰਧਾਨ ਸੁਖਬੀਰ ਬਾਦਲ ਤਨਖਾਹਿਆ ਐਲਾਨ ਕੀਤਾ ਗਿਆ ਹੈ, ਸੋ ਪੂਰੀ ਦੀ ਪੂਰੀ ਪਾਰਟੀ ਨੇ ਵਿਚਾਰ ਕਰਕੇ ਫੈਸਲਾ ਲਿਆ ਕਿ ਸਾਰੀ ਪਾਰਟੀ ਤੇ ਲੱਖਾਂ ਪਾਰਟੀ ਦੇ ਨਾਲ ਜੁੜੇ ਹੋਏ ਵਰਕਰ, ਸੈਂਕੜਾਂ ਦੀ ਗਿਣਤੀ ਦੇ ਵਿੱਚ ਲੀਡਰ ਸਾਰੇ ਆਪਣੇ ਘਰਾਂ ਵਿੱਚ ਬੈਠਣਗੇ। ਇਹ ਜੋ ਕੁਝ ਵੀ ਅਕਾਲੀ ਦਲ ਦੀ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ ਹੋਇਆ ਹੈ, ਜਿਹੜਾ ਵੀ ਫੈਸਲਾ ਪਾਰਟੀ ਲੀਡਰਾਂ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤਨਖਾਹਿਆ ਹੋਣ ਦੀ ਸਥਿਤੀ ਦੇ ਵਿੱਚ ਜਿਹੜੇ ਤਣਾਅਪੂਰਨ ਪੰਥਕ ਹਾਲਾਤ ਬਣੇ ਨੇ, ਉਹਨਾਂ ਦੀ ਰੌਸ਼ਨੀ ਵਿੱਚ ਲਿਆ ਗਿਆ ਹੈ। ਉਸ ਨੂੰ ਮੈਂ ਥਿਓਰਾਈਜ਼ ਕਰਾਂਗਾ ਤੇ ਇਸ ਰੁਝਾਨ ਨੂੰ ਨਾ ਦਾਂਗਾ ਪਰਸਨਲਾਈਜੇਸ਼ਨ ਆਫ ਪੰਥਕ ਪੋਲਿਟਿਕਸ। ਇਸ ਦਾ ਪੰਜਾਬੀ ਅਨੁਵਾਦ ਹੋਏਗਾ ਪੰਥਕ ਸਿਆਸਤ ਦਾ ਵਿਅਕਤੀਵਾਦ ਹੋਣਾ। ਦੋਸਤੋ, ਮੈਂ ਨਿੱਜੀਕਰਨ ਸ਼ਬਦ ਦੀ ਵਰਤੋਂ ਅੱਜ ਨਹੀਂ ਕਰਾਂਗਾ। ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਵਾਂਗ ਚਲਾਇਆ ਜਾ ਰਿਹਾ ਹੈ, ਉਹਨਾਂ ਹੀ ਲੀਹਾਂ ਉੱਤੇ ਅੱਗੇ ਤੋਰਿਆ ਜਾ ਰਿਹਾ ਹੈ। ਇਸ ਬਾਰੇ ਅਕਾਲੀ ਦਲ ਦੇ ਕ੍ਰਿਟਿਕਸ ਤੇ ਉਹ ਲੀਡਰ ਜੋ ਕਿ ਅੱਜ ਅਕਾਲੀ ਦਲ ਦੇ ਲੀਡਰਸ਼ਿਪ ਵੱਲੋਂ ਪਿਛਲੇ 1.5-2 ਦਹਾਕੇ ਵਿੱਚ ਲਏ ਗਏ ਫੈਸਲਿਆਂ ਉੱਤੇ ਸਵਾਲ ਚੁੱਕ ਰਹੇ ਨੇ, ਉਹਨਾਂ ਵੱਲੋਂ ਲਗਾਤਾਰ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹੁਣ ਮਸਲਾ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਬਾਦਲ ਰਹਿਣ ਦਾ ਨਹੀਂ ਹੈ, ਨਾ ਹੀ ਗੱਲ ਅਕਾਲੀ ਦਲ ਦੇ ਪ੍ਰਾਈਵੇਟ ਲਿਮਿਟਿਡ ਕੰਪਨੀ ਵਾਂਗ ਚੱਲਣ ਤੱਕ ਸੀਮਿਤ ਰਹੀ ਹੈ। ਹੁਣ ਜੋ ਹੋਇਆ ਹੈ ਉਹ ਕਾਫੀ ਖਤਰਨਾਕ ਹੈ। ਪੰਥਕ ਰਿਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਅਕਤੀਵਾਦ ਦਾ ਸ਼ਿਕਾਰ ਹੋ ਚੁੱਕੀ ਹੈ, ਪਰਸਨਲਾਈਜ਼ਡ ਹੋ ਚੁੱਕੀ ਹੈ। ਉਹ ਪੋਲਿਟਿਕਸ ਜੋ ਕਿ ਪੰਥਕ ਹੋਣੀ ਚਾਹੀਦੀ ਸੀ, ਪੰਥਕ ਸੀ, ਲੇਕਿਨ ਪਿਛਲੇ 1.5 ਦਹਾਕਿਆਂ ਦੇ ਵਿੱਚ ਜਿਹੜੀ ਰਾਜਨੀਤੀ ਖਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੋਲੋ ਕੀਤੀ ਹੈ, ਸੰਸਾ ਕਿਸੇ ਨੂੰ ਨਹੀਂ ਸੀ ਕਿ ਪਰਿਵਾਰਵਾਦ ਹਾਵੀ ਹੈ, ਕਾਰੋਬਾਰਵਾਦ ਹਾਵੀ ਹੈ, ਵਪਾਰਵਾਦ ਹਾਵੀ ਹੈ। ਇਨਫੈਕਟ ਕੁਝ ਸਾਲ ਪਹਿਲਾਂ, ਸ਼ਾਇਦ ਕੁਝ ਮਹੀਨੇ ਪਹਿਲਾਂ, ਜਿਹੜੇ ਕਾਰਜਕਾਰੀ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਸੀ, ਉਹਨਾਂ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਆਪਣੀ ਇੱਕ ਸਪੀਚ ਦੇ ਵਿੱਚ ਕਿ ਸਰਮਾਏਦਾਰਾਂ ਦੀ ਪਾਰਟੀ ਨਾ ਬਣ ਜਾਏ ਸ਼੍ਰੋਮਣੀ ਅਕਾਲੀ ਦਲ।
ਸੋ ਪਰਿਵਾਰਵਾਦ, ਕਾਰੋਬਾਰਵਾਦ, ਵਪਾਰਵਾਦ ਇਹ ਚੀਜ਼ਾਂ ਤਾਂ ਪਾਰਟੀ ਉੱਤੇ ਹਾਵੀ ਸਨ ਹੀ, ਲੇਕਿਨ ਹੁਣ ਇਹ ਪਾਰਟੀ ਇੱਕ ਇੰਡੀਵਿਜੂਅਲ ਵਿਅਕਤੀ ਦੇ ਇਰਦ ਗਿਰਦ ਰਹਿ ਗਈ ਹੈ। ਉਹ ਵਿਅਕਤੀ ਦੇ ਚੋਣ ਨਹੀਂ ਲੜ ਸਕਦਾ, ਚੋਣ 'ਚ ਪ੍ਰਚਾਰ ਨਹੀਂ ਕਰ ਸਕਦਾ, ਤਾਂ ਪਾਰਟੀ ਲੱਖਾਂ ਵਰਕਰਾਂ, ਹਜ਼ਾਰਾਂ, ਸੈਂਕੜਾਂ ਲੀਡਰਾਂ ਦੇ ਨਾਲ ਆਪਣੇ ਆਪਣੇ ਘਰਾਂ 'ਚ ਬੈਠੇਗੀ। ਦੋਸਤੋ, ਇਸ ਤੋਂ ਜ਼ਿਆਦਾ ਮੰਦਭਾਗਾ ਸ਼੍ਰੋਮਣੀ ਅਕਾਲੀ ਦਲ ਲਈ ਕੁਝ ਹੋ ਨਹੀਂ ਸਕਦਾ, ਤੇ ਇਹ ਨੁਕਤਾ ਮੈਨੂੰ ਇਸ ਰਿਪੋਰਟ ਦੇ ਦੂਸਰੇ ਹਿੱਸੇ ਤੇ ਲੈ ਕੇ ਆਂਦਾ ਹੈ, ਜੋ ਹੋਰ ਵੀ ਕ੍ਰਿਟੀਕਲ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜੇ ਜਾਣ ਦੇ ਫੈਸਲੇ ਦੇ ਸਿਆਸੀ ਪੱਖ ਦੀ। ਦੋਸਤੋ, ਜੇ ਆਪਾਂ ਇੱਕ ਨਜ਼ਰ ਪਾਈਏ ਕਿ ਇਹਨਾਂ 4 ਜ਼ਿਮਨੀ ਚੋਣਾਂ ਜੋ ਕਿ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿਖੇ ਹੋਣੀਆਂ ਨੇ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਮੀਤ ਸਿੰਘ ਹੇਅਰ, ਰਾਜਕੁਮਾਰ ਚੱਬੇਵਾਲ ਅਤੇ ਸੁਖੀ ਰੰਧਾਵਾ ਇਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ। ਇਹਨਾਂ 4 ਸੀਟਾਂ ਉੱਤੇ ਜਿਹੜੇ ਉਮੀਦਵਾਰ ਉਤਾਰੇ ਗਏ ਨੇ ਚੋਣ ਮੈਦਾਨ ਦੇ ਵਿੱਚ, 3 ਉਮੀਦਵਾਰ ਬੀਜੇਪੀ ਵੱਲੋਂ ਉਤਾਰੇ ਗਏ, ਇਨਫੈਕਟ 4 ਉਤਾਰੇ ਗਏ ਨੇ, ਲੇਕਿਨ ਅੱਜ ਦੀ ਇਸ ਰਿਪੋਰਟ ਦੇ ਕੰਟੈਕਸਟ ਦੇ ਵਿੱਚ ਇਹ 3 ਉਮੀਦਵਾਰ ਕਾਫੀ ਮਹੱਤਵਪੂਰਨ ਨੇ ਤੇ 1 ਉਮੀਦਵਾਰ ਆਮ ਆਦਮੀ ਪਾਰਟੀ ਦਾ। ਉਹਨਾਂ ਉਮੀਦਵਾਰਾਂ ਨੂੰ ਥੋੜਾ ਜਿਹਾ ਧਿਆਨ ਨਾਲ ਸਮਝੀਏ ਕਿ ਉਹ ਕੌਣ ਨੇ। ਗਿੱਦੜਬਾਹਾ ਤੋਂ ਬੀਜੇਪੀ ਨੇ ਟਿਕਟ ਦਿੱਤੀ ਹੈ ਮਨਪ੍ਰੀਤ ਸਿੰਘ ਬਾਦਲ ਨੂੰ। ਮਨਪ੍ਰੀਤ ਸਿੰਘ ਬਾਦਲ ਦੀ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ, ਸਾਰੇ ਜਾਣਦੇ ਹੈ। ਉਹੀ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹੇ ਬਾਈ ਇਲੈਕਸ਼ਨ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਇੱਕ ਤਰੀਕੇ ਦੀ ਜਿਹੜੀ ਘੜੀ ਸੀ ਅੱਗੇ ਤੁਰਨੀ ਸ਼ੁਰੂ ਹੁੰਦੀ ਹੈ। ਅਗਲੀ ਸੀਟ ਤੇ ਆ ਜੰਨੇ ਆਪਾਂ ਗੱਲ ਕਰ ਲਈਏ ਚੱਬੇਵਾਲ ਦੀ ਸੀਟ ਦੀ, ਜਿੱਥੇ ਕਿ ਸੋਹਣ ਸਿੰਘ ਥੰਡਲ, ਜੋ ਕਿ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਜਿਵੇਂ ਅਕਾਲੀ ਦਲ ਦਾ ਐਲਾਨ ਹੁੰਦਾ ਹੈ ਕਿ ਅਸੀਂ ਜ਼ਿਮਨੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਾ, ਸੋਹਣ ਸਿੰਘ ਥੰਡਲ ਬੀਜੇਪੀ ਵਿੱਚ ਸ਼ਾਮਲ ਹੋ ਕੇ ਬੀਜੇਪੀ ਦੀ ਟਿਕਟ ਲੈ ਲੈਂਦੇ ਨੇ। ਪਾਰਟੀ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਨੂੰ ਉਮੀਦਵਾਰ ਐਲਾਨ ਦਿੰਦੀ ਹੈ। ਤੀਸਰੀ ਸੀਟ ਹੈ ਡੇਰਾ ਬਾਬਾ ਨਾਨਕ, ਜਿੱਥੋਂ ਉਮੀਦਵਾਰ ਬੀਜੇਪੀ ਦੇ ਨੇ ਰਵੀ ਕਰਨ ਕਾਲੋਂ, ਜਿਨ੍ਹਾਂ ਨੂੰ ਅੱਜ ਤੋਂ ਕੁਝ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਤਾ ਗਿਆ ਸੀ। ਦੋਸਤੋ, 3 ਉਮੀਦਵਾਰ ਜੋ ਕਿ ਬੀਜੇਪੀ ਵੱਲੋਂ ਉਤਾਰੇ ਗਏ ਨੇ, ਇਸ 3 ਉਮੀਦਵਾਰ ਉਹ ਉਮੀਦਵਾਰ ਨੇ ਜੋ ਕਿ ਕੁਝ ਘੰਟੇ ਪਹਿਲਾਂ ਤੱਕ ਅਕਾਲੀ ਸੀ, ਕੁਝ ਮਹੀਨੇ ਪਹਿਲਾਂ ਤੱਕ ਅਕਾਲੀ ਸੀ, ਕੁਝ ਸਾਲ ਪਹਿਲਾਂ ਤੱਕ ਅਕਾਲੀ ਸੀ। ਮਨਪ੍ਰੀਤ ਬਾਦਲ, ਸੋਹਣ ਸਿੰਘ ਥੰਡਲ ਅਤੇ ਰਵੀ ਕਰਨ ਕਾਲੋਂ। ਤੇ ਅੱਜ ਇਹ ਚੌਥੇ ਉਮੀਦਵਾਰ ਤੇ ਅਕਾਲੀ ਦਲ ਦੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ, ਜੋ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਤੱਕ ਅਕਾਲੀ ਦਲ ਦੇ ਲੀਡਰ ਵੀ ਸਨ ਤੇ ਸੁਖਬੀਰ ਬਾਦਲ ਦੇ ਬਹੁਤ ਹੀ ਨੇੜਲੇ ਲੀਡਰਾਂ ਵਿੱਚੋਂ ਇੱਕ। ਤੁਹਾਨੂੰ ਯਾਦ ਹੋਏਗਾ ਜਦੋਂ ਹਰਦੀਪ ਡਿੰਪੀ ਢਿੱਲੋਂ ਵੱਲੋਂ ਪਾਰਟੀ ਛੱਡੀ ਜਾਂਦੀ ਹੈ, ਆਮ ਆਦਮੀ ਪਾਰਟੀ ਦਾ ਹੱਥ ਫੜਨ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਭਾਵੁਕ ਹੋ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਵਿੱਚ, ਉਹਨਾਂ ਦੇ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਨੂੰ ਹਵਾ ਦਿੱਤੀ ਜਾ ਰਹੀ ਸੀ। ਦੋਸਤੋ, ਡਿੰਪੀ ਢਿੱਲੋਂ ਕੀ ਗਲਤ ਕਹਿ ਰਹੇ ਸੀ? ਅੱਜ ਇਸ ਗੱਲ ਨੂੰ ਥੋੜਾ ਜਿਹਾ ਦੁਬਾਰਾ ਰੀਵਿਜ਼ਿਟ ਕਰਨ ਦੀ ਲੋੜ ਹੈ, ਕਿਉਂਕਿ ਜੋ ਉਹਨਾਂ ਦੀ ਗੱਲਬਾਤ ਤੋਂ ਲੱਗਾ, ਉਹਨਾਂ ਦਾ ਆਪਣਾ ਪਰਸਨਲ ਲੈਵਲ ਦੇ ਉੱਤੇ ਪ੍ਰੇਮ ਬੜਾ ਜ਼ਿਆਦਾ ਰਿਹਾ ਸੁਖਬੀਰ ਬਾਦਲ ਦੇ ਨਾਲ। ਉਹ ਚਾਹੁੰਦੇ ਨਹੀਂ ਸੀ ਅਕਾਲੀ ਦਲ ਨੂੰ ਛੱਡਣਾ। ਉਹਨਾਂ ਦੇ ਪਰਿਵਾਰ ਪਿਛਲੇ ਸ਼ਾਇਦ 38 ਸਾਲਾਂ ਤੋਂ ਜ਼ਿਕਰ ਕਰਦੇ ਸੀ ਕਿ ਉਹ ਅਕਾਲੀ ਦਲ ਦੇ ਨਾਲ ਹੈ, ਲੇਕਿਨ ਦੁੱਖ ਦੇ ਨਾਲ, ਇੱਕ ਭਰੇ ਮਨ ਦੇ ਨਾਲ ਉਹਨਾਂ ਨੇ ਪਾਰਟੀ ਨੂੰ ਛੱਡਿਆ, ਇਹ ਕਹਿ ਕੇ ਕਿ ਜਿਸ ਤਰੀਕੇ ਦਾ ਵਤੀਰਾ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਦਾ ਹੈ, ਸ਼ਾਇਦ ਮਨਪ੍ਰੀਤ ਬਾਦਲ ਨੂੰ ਇਸ ਇਲਾਕੇ ਤੇ ਹਲਕੇ ਦੇ ਵਿੱਚ ਮਜ਼ਬੂਤ ਕਰਨ ਦੀ ਕੋਸ਼ਿਸ਼ ਅੰਦਰਲੇ ਖਾਤਿਓਂ ਕੋਈ ਨਾ ਕੋਈ ਅਜਿਹੀ ਗੱਲਬਾਤ ਰਹੀ ਹੋ ਸਕਦੀ ਹੈ। ਦੋਸਤੋ, ਉਸ ਵਕਤ ਤਾਂ ਇਹ ਹਵਾਲੇ ਦਿੱਤੇ ਗਏ, ਦਾਅਵੇ ਕੀਤੇ ਗਏ ਕਿ ਬੇਤੁਕੀਆਂ ਗੱਲਾਂ ਨੇ, ਲੇਕਿਨ ਅੱਜ ਤੁਸੀਂ ਸਥਿਤੀ ਵੇਖੋ, ਭਾਰਤੀ ਜਨਤਾ ਪਾਰਟੀ ਵਿੱਚ ਕਈ ਮਹੀਨੇ, ਇਨਫੈਕਟ ਉਸ ਵਕਤ ਮਨਪ੍ਰੀਤ ਬਾਦਲ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਸੀ। ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਮਨਪ੍ਰੀਤ ਬਾਦਲ ਗਿੱਦੜਬਾਹੇ ਤੋਂ ਅੱਜ ਚੋਣ ਲੜਦੇ ਪਏ ਨੇ ਤੇ ਅਕਾਲੀ ਦਲ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਿਹਾ। ਦੋਸਤੋ, ਹੁਣ ਇਸ ਦਾ ਮਤਲਬ ਕੀ ਲਾਇਆ ਜਾਏ? ਮੈਂ ਹੋਰ ਸੀਟਾਂ, ਸਭ ਸੀਟਾਂ ਦੇ ਆਪਣੇ ਆਪਣੇ ਡਾਇਨਾਮਿਕਸ ਹੈਗੇ ਨੇ, ਲੇਕਿਨ ਇਸ ਪਾਰਟਿਕੂਲਰ ਗਿੱਦੜਬਾਹਾ ਜੇ ਸੀਟ ਦੀ ਗੱਲ ਕਰੀਏ ਤਾਂ ਜਿਹੜਾ ਅਕਾਲੀ ਵਰਕਰ, ਜੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਹੋ ਸਕਦਾ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਹੋ ਸਕਦਾ ਹੈ, ਪੂਰੇ ਪੰਜਾਬ ਦੇ ਵਿੱਚ ਤਾਂ ਲੱਖਾਂ 'ਚ ਹੋਏਗਾ ਨਾ, ਜੇ ਗਿੱਦੜਬਾਹੇ ਦੇ ਵਿੱਚ ਹਜ਼ਾਰਾਂ ਵਿੱਚ ਵੀ ਭਾਵੇਂ ਨਾ ਹੋਵੇ। ਅੱਜ ਅਕਾਲੀ ਦਲ ਦਾ ਵਰਕਰ, ਅਕਾਲੀ ਦਲ ਦਾ ਵੋਟਰ ਉਸ ਗਿੱਦੜਬਾਹੇ ਹਲਕੇ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਵਿਧਾਨ ਸਭਾ ਹਲਕਾ ਰਿਹਾ, ਜਿੱਥੋਂ ਪਤਾ ਨਹੀਂ ਕਿੰਨੇ ਕੁ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਲੜੇ ਤੇ ਬਾਅਦ ਦੇ ਵਿੱਚ ਇੱਕ ਸਿਆਸੀ ਵਿਰਾਸਤ ਦੇ ਰੂਪ ਵਿੱਚ ਉਸ ਹਲਕੇ ਤੋਂ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਟਿਕਟ ਦਿੱਤੀ, ਬਾਈ ਇਲੈਕਸ਼ਨ ਲੜੀ। ਬੇਅੰਤ ਸਿੰਘ ਦੀ ਸਰਕਾਰ ਵੇਲੇ ਇਲੈਕਸ਼ਨ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਬਾਦਲ ਜਿੱਤੇ, ਇੱਕ ਵੱਖਰੇ ਲੈਵਲ ਦੀ ਫਾਈਟ ਲੜੀ ਗਈ। ਅਕਾਲੀ ਦਲ ਦਾ ਰਿਵਾਈਵਲ ਜਿਸ ਹਲਕੇ ਤੋਂ ਹੋਇਆ, ਉਸ ਹਲਕੇ ਦੇ ਵਿੱਚ ਅੱਜ ਬੀਜੇਪੀ ਦੇ ਮਨਪ੍ਰੀਤ ਬਾਦਲ ਜੇ ਚੋਣ ਲੜ ਰਹੇ ਨੇ, ਤਾਂ ਫਿਰ ਹਲਕੇ ਦੇ ਵਿੱਚ ਅਕਾਲੀ ਦਲ ਵਰਕਰਾਂ ਨੂੰ ਸੁਨੇਹਾ ਕੀ ਦਿੱਤਾ ਜਾ ਰਿਹਾ ਹੈ? ਅੱਜ ਉੱਠਣ ਵਾਲਾ ਇੱਕ ਫੰਡਾਮੈਂਟਲ ਮੇਰਾ ਸਵਾਲ ਇਹ ਹੈ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰ, ਵੋਟਰ ਗਿੱਦੜਬਾਹੇ ਜਾਂ 4 ਹੋਰ ਹਲਕਿਆਂ ਦੇ ਵਿੱਚ ਆਪਣੇ ਆਪਣੇ ਘਰਾਂ ਵਿੱਚ ਬੈਠਣਗੇ, ਕਿਉਂਕਿ ਪਾਰਟੀ ਦੀ ਲੀਡਰਸ਼ਿਪ ਇਹ ਸੋਚਦੀ ਹੈ ਕਿ ਜੇ ਸੁਖਬੀਰ ਬਾਦਲ ਤਨਖਾਹਿਆ ਕਰਾਰ ਹੈ, ਚੋਣ ਪ੍ਰਚਾਰ ਨਹੀਂ ਕਰ ਸਕਦਾ, ਤਾਂ ਪੂਰੀ ਪਾਰਟੀ ਘਰੇ ਬਹਿ ਜਾਏ। ਕੀ ਇਸ ਦਾ ਮਤਲਬ ਇਹ ਲਾਇਆ ਜਾਏ
ਕਿਉਂਕਿ ਪਾਰਟੀ ਨੂੰ ਇਹ ਵੀ ਫਿਰ ਦੱਸਣਾ ਚਾਹੀਦਾ ਹੈ ਕਿ ਉਸ ਦਾ ਵੋਟਰ ਅਤੇ ਵਰਕਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕਿਸ ਪਾਰਟੀ ਤੇ ਕਿਸ ਉਮੀਦਵਾਰ ਦੇ ਨਾਲ ਚੱਲੇ। ਜੇ ਅਕਾਲੀ ਦਲ ਦਾ ਵਰਕਰ ਜਾਂ ਅਕਾਲੀ ਦਲ ਦਾ ਵੋਟਰ ਬੀਜੇਪੀ ਦੀ ਟਿਕਟ ਤੇ ਚੋਣ ਲੜ ਰਹੇ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਭੁਗਤਦਾ ਹੈ, ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਹੇ ਹਰਦੀਪ ਡਿੰਪੀ ਢਿੱਲੋਂ ਦੇ ਹੱਕ ਵਿੱਚ ਭੁਗਤਦਾ ਹੈ, ਬੀਜੇਪੀ ਦੀ ਚੋਣ ਲੜ ਰਹੇ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਭੁਗਤਦਾ ਹੈ ਤੇ ਬੀਜੇਪੀ ਦੀ ਹੀ ਟਿਕਟ ਉੱਤੇ ਚੋਣ ਲੜ ਰਹੇ ਰਵੀਕਰਨ ਕਾਲੋਂ ਦੇ ਹੱਕ ਵਿੱਚ ਭੁਗਤਦਾ ਹੈ, ਤਾਂ ਇਸ ਦਾ ਮਤਲਬ ਕੀ ਲਾਇਆ ਜਾਣਾ ਚਾਹੀਦਾ ਹੈ? ਦੋਸਤੋ, ਅਕਾਲੀ ਦਲ ਕੀ ਆਪਣੇ ਵਰਕਰ ਜਾਂ ਆਪਣੇ ਵੋਟਰ ਨੂੰ ਇਹ ਕਹਿ ਸਕਦਾ ਹੈ ਕਿ ਇਹਨਾਂ 4 ਜ਼ਿਮਨੀ ਚੋਣਾਂ, ਇਹ ਮੇਰੇ ਵੱਲੋਂ ਇੱਕ ਆਈਡੀਆ ਵੀ ਹੈ, ਜੇ ਉਹਨਾਂ ਨੇ ਇਹ ਕਲੀਅਰ ਕਰਤਾ ਕਿ ਅਸੀਂ ਚੋਣਾਂ ਨਹੀਂ ਲੜਾਂਗੇ ਕਿਉਂਕਿ ਸਾਡਾ ਪ੍ਰਧਾਨ ਤਨਖਾਹਿਆ ਹੈ। ਹਾਲਾਂਕਿ ਸ਼੍ਰੀ ਤਖਤ ਸਾਹਿਬ ਦੇ ਜਥੇਦਾਰ ਨੇ ਕਲੀਅਰ ਕੀਤਾ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਪਾਬੰਦੀ ਪਾਰਟੀ ਉੱਤੇ ਚੋਣ ਲੜਨ ਨੂੰ ਲੈ ਕੇ ਨਹੀਂ ਹੈ, ਸਿਰਫ ਸੁਖਬੀਰ ਬਾਦਲ ਉੱਤੇ ਵਿਅਕਤੀਗਤ ਤੌਰ ਉੱਤੇ ਪਾਬੰਦੀ ਹੈ ਜਿਸ ਦੀ ਪਾਲਣਾ ਉਹਨਾਂ ਨੂੰ ਕਰਨੀ ਪੈਣੀ ਹੈ। ਸੋ ਪਾਰਟੀ ਚੋਣ ਲੜ ਸਕਦੀ ਹੈ, ਉਮੀਦਵਾਰ ਮੈਦਾਨ 'ਚ ਉਤਾਰ ਸਕਦੀ ਹੈ, ਲੇਕਿਨ ਪਾਰਟੀ ਫੈਸਲਾ ਲੈਂਦੀ ਹੈ। ਮੇਰੇ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਿਨਾਂ ਮੰਗਿਆ ਮੁਫਤ ਦੀ ਇੱਕ ਅਨਸੋਲਿਸਿਟਡ ਐਡਵਾਈਸ ਇਹ ਰਹੇਗੀ ਕਿ ਹੁਣ ਜਦੋਂ ਕਿ ਪਾਰਟੀ ਨੇ ਫੈਸਲਾ ਲੈ ਲਿਆ ਕਿ 4 ਜ਼ਿਮਨੀ ਚੋਣਾਂ ਉਹਨਾਂ ਨੇ ਨਹੀਂ ਲੜਨੀਆਂ, ਪਾਰਟੀ ਇਹ ਜ਼ਰੂਰ ਆਪਣੇ ਵਰਕਰਾਂ ਤੇ ਵੋਟਰਾਂ ਨੂੰ ਦੱਸੇ ਕਿ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਉਹ ਇਹਨਾਂ ਚੋਣਾਂ ਦੇ ਵਿੱਚ ਵੋਟ ਪਾਣ। ਕਾਂਗਰਸ ਪਾਰਟੀ ਨੂੰ ਹਮੇਸ਼ਾ ਹੀ ਸਿੱਖ ਵਿਰੋਧੀ ਕਹਿ ਕੇ ਉਸ ਨੂੰ ਭੰਡਿਆ ਸ਼੍ਰੋਮਣੀ ਅਕਾਲੀ ਦਲ ਨੇ। ਬੀਜੇਪੀ ਅਤੇ ਆਰਐਸਐਸ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਦੇ ਰਡਾਰ ਉੱਤੇ ਟਾਰਗੇਟ ਉੱਤੇ ਨੇ, ਸੋ ਮਚ ਸੋ ਕਿ ਆਪਣੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਬੀਜੇਪੀ ਅਤੇ ਆਰਐਸਐਸ ਦਾ ਏਜੰਟ ਦੱਸਣ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਕੋਈ ਗੁਰੇਜ਼ ਨਹੀਂ ਹੈ। ਤੇ ਆਮ ਆਦਮੀ ਪਾਰਟੀ ਜਿਸ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਪ੍ਰਭਾਵਿਤ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ, ਜੇ ਕਿਸੇ ਪ੍ਰਮੁੱਖ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਸਥਿਤੀ ਦੇ ਵਿੱਚ ਅਕਾਲੀ ਦਲ ਦਾ ਵਰਕਰ ਵੋਟਰ ਨਹੀਂ ਹੈ ਅੱਜ, ਤਾਂ ਫਿਰ ਕੀ ਉਸ ਨੂੰ ਈਵੀਐਮ ਮਸ਼ੀਨ ਉੱਤੇ ਬਣੇ ਲਾਏ ਗਏ ਨੋਟਾਂ ਦੇ ਬਟਨ ਨੂੰ ਨਹੀਂ ਦਬਾਉਣਾ ਚਾਹੀਦਾ? ਦੋਸਤੋ, ਜਦੋਂ ਦੇਸ਼ ਦੇ ਵਿੱਚ ਨੋਟਾਂ ਦਾ ਬਟਨ ਸ਼ੁਰੂ ਕੀਤਾ ਗਿਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਯਾਨੀ ਕਿ ਤੁਸੀਂ ਕਿਸ ਨੂੰ ਵੋਟ ਨਹੀਂ ਪਾਣਾ, ਤੁਸੀਂ ਸਾਰੀ ਪਾਰਟੀਆਂ ਤੋਂ ਹਤਾਸ਼ ਹੋ, ਮਾਯੂਸ ਹੋ, ਤੁਸੀਂ ਨੋਟਾ ਦਬਾ ਦਿਓ ਤੇ ਹਰ ਇਲੈਕਸ਼ਨ ਦੇ ਵਿੱਚ ਕੁਝ 100 ਜਾਂ ਕੁਝ ਹਜ਼ਾਰ ਹਰ ਮਸ਼ੀਨ ਦੇ ਵਿੱਚ ਵੋਟ ਪੈਂਦੇ ਨੇ। ਲੋਕਾਂ ਦੇ ਮਨਾਂ ਦੇ ਵਿੱਚ ਸਿਆਸਤਦਾਨਾਂ ਨੂੰ ਲੈ ਕੇ ਗੁੱਸਾ ਹੁੰਦਾ ਹੈ। ਅੱਜ ਇੱਕ ਮੈਨੂੰ ਲੱਗਦਾ ਸੁਨਹਿਰੀ ਮੌਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟਰ ਜਾਂ ਵਰਕਰ ਜੇ ਨੋਟਾਂ ਨੂੰ ਵੋਟ ਪਾਏਗਾ, ਉਸ ਸਥਿਤੀ ਦੇ ਵਿੱਚ ਇਹ ਚੀਜ਼ ਕਲੀਅਰ ਹੋ ਜਾਏਗੀ ਕਿ ਅਕਾਲੀ ਦਲ ਦੇ ਨਾਲ ਕਿੰਨੇ ਕੁ ਲੋਕ ਨੇ, ਕਿਉਂਕਿ ਪੰਥਕ ਕਾਰਨਾਂ ਜਾਂ ਹਵਾਲਾ ਦੇ ਕੇ ਪਾਰਟੀ ਲੀਡਰਸ਼ਿਪ ਇਹਨਾਂ ਚੋਣਾਂ ਨੂੰ ਲੜਨ ਨਹੀਂ ਜਾ ਰਹੀ। ਦੋਸਤੋ, ਆਪਣੀ ਅੱਜ ਦੀ ਇਸ ਰਿਪੋਰਟ ਨੂੰ ਫਿਲਹਾਲ ਮੈਂ ਇੱਥੇ ਰੋਕਾਂਗਾ ਕਿਉਂਕਿ ਗੱਲਾਂ ਕਰਨ ਲਈ ਬਹੁਤ ਨੇ। ਡਾਇਨਾਮਿਕਸ ਹਰ ਵਿਧਾਨ ਸਭਾ ਜ਼ਿਮਨੀ ਚੋਣ ਜਿੱਥੇ ਇਲੈਕਸ਼ਨ ਹੋਣਾ ਹੈ ਉੱਥੇ ਵੱਖ-ਵੱਖ ਨੇ। ਅਜੇ ਪ੍ਰਤੀਕਰਮ ਵੀ ਆਣੇ ਬਾਕੀ ਨੇ। ਉਹ ਲੀਡਰ ਸੁੱਚਾ ਸਿੰਘ ਲੰਗਾਹ ਵਰਗੇ ਜੋ ਕਿ ਤਿਆਰੀ ਕਰਕੇ ਬੈਠੇ ਸੀ ਕਿ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਗੇ, ਉਹਨਾਂ ਦੀ ਮਾਯੂਸੀ ਝਲਕਦੀ ਸੀ। ਕੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਫੈਸਲੇ ਦੇ ਨਾਲ ਉਹ ਲੋਕ ਰੀਕਨਸਾਈਲ ਕਰਨਗੇ, ਨਹੀਂ ਕਰਨਗੇ? ਸੋ ਡਾਇਨਾਮਿਕਸ ਬਦਲਦੇ ਨੇ, ਲੇਕਿਨ ਇਸ ਰਿਪੋਰਟ ਨੂੰ ਮੈਂ ਅਕਾਲੀ ਦਲ ਪੰਥਕ ਸਿਆਸਤ ਦਾ ਜਿਹੜਾ ਵਿਅਕਤੀਵਾਦ ਹੋਇਆ ਹੈ ਇਸ ਵਿਸ਼ੇ ਦੇ ਉੱਤੇ ਕੇਂਦਰਿਤ ਕਰਨਾ ਚਾਹੁੰਦਾ ਸੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਅਖੀਰ ਦੇ ਵਿੱਚ ਦੁਬਾਰਾ ਰਿਪੀਟ ਕਰਾਂਗਾ, ਇਹ ਰੈਪੀਟੀਸ਼ਨ ਹੈ, ਲੇਕਿਨ ਇਹ ਕਹਿਣਾ ਜ਼ਰੂਰੀ ਹੈ ਕਿ ਹੁਣ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਬਾਦਲ ਰਹਿਣ ਤੱਕ ਸੀਮਿਤ ਨਹੀਂ ਰਹੀ, ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਵਾਂਗ ਚਲਾਉਣ ਤੱਕ ਸੀਮਿਤ ਰਹੀ ਹੈ। ਹੁਣ ਮੁੱਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਅਕਤੀਵਾਦ ਦੀ ਚਪੇਟ ਵਿੱਚ ਆ ਚੁੱਕਾ ਹੈ ਤੇ ਉਹ ਵਿਅਕਤੀ ਹੈ ਸੁਖਬੀਰ ਸਿੰਘ ਬਾਦਲ, ਤਨਖਾਹਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ। ਦੋਸਤੋ, ਜਾਂਦੇ ਜਾਂਦੇ ਇੱਕ ਹੋਰ ਇੰਪੋਰਟੈਂਟ ਚੀਜ਼ ਮਾਈਂਡ 'ਚ ਆ ਜਾਂਦੀ ਹੈ। ਗੱਲਾਂ ਜਦੋਂ ਨਿਕਲਦੀਆਂ ਨੇ ਨਾ, ਉਹੀ ਮੈਂ ਕਹਿ ਰਿਹਾ ਵੀ ਜੇ ਇਸ ਵਿਸ਼ੇ ਤੇ 2-4 ਘੰਟੇ ਹੋਰ ਬੋਲਣਾ ਪਏ ਮੈਂ ਬੋਲ ਸਕਦਾ, ਲੇਕਿਨ ਸੁਖਬੀਰ ਬਾਦਲ ਨੂੰ ਮੌਕੇ ਮਿਲੇ। ਸੁਖਬੀਰ ਬਾਦਲ ਨੂੰ ਪਹਿਲਾ ਮੌਕਾ ਉਸ ਵਕਤ ਮਿਲਦਾ, ਹਾਲਾਂਕਿ ਮੌਕੇ ਉਸ ਤੋਂ ਪਹਿਲਾਂ ਵੀ ਮਿਲਦੇ ਰਹੇ ਕੋਰਸ ਕਰੈਕਸ਼ਨ ਦੇ, ਲੇਕਿਨ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਬਹੁਤ ਹੀ ਕਰਾਰੀ ਸ਼ਿਕਸਤ ਹੋਈ, ਪਾਰਟੀ ਦੂਸਰੇ ਨੰਬਰ ਦੀ ਪਾਰਟੀ ਵੀ ਨਹੀਂ ਰਹਿ ਪਾਈ। ਉਸ ਵਕਤ ਇੱਕ ਸੁਨੇਹਾ ਸਾਫ਼ ਸੀ ਲੋਕਾਂ ਦਾ ਕਿ ਜਿਹੜੀਆਂ ਗਲਤ ਨੀਤੀਆਂ ਦਾ ਸ਼ਿਕਾਰ ਅਕਾਲੀ ਦਲ ਹੋ ਚੁੱਕਾ ਹੈ, ਅੰਦਰੂਨੀ ਉਹਨਾਂ ਦੀ ਜਿਹੜੀ ਰਾਜਨੀਤੀ ਬਿਮਾਰ ਰਾਜਨੀਤੀ ਬਣ ਚੁੱਕੀ ਹੈ, ਉਸ ਦੀ ਕੋਰਸ ਕਰੈਕਸ਼ਨ ਕੀਤੀ ਜਾਏ। ਲੇਕਿਨ ਇਹ ਇਸ਼ਾਰਾ ਸੁਖਬੀਰ ਬਾਦਲ ਤੇ ਪਾਰਟੀ ਲੀਡਰਾਂ ਨੇ ਨਹੀਂ ਸਮਝਿਆ। 2024 ਤੱਕ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਨੂੰ ਚਿਪਕ ਕੇ ਬੈਠੇ ਰਹੇ। 2024 ਦੀ ਜਿਹੜੀ ਲੋਕ ਸਭਾ ਚੋਣਾਂ ਆਉਂਦੀਆਂ ਨੇ, 13 ਵਿੱਚੋਂ 10 ਸੀਟਾਂ ਉੱਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇਹ ਦੂਸਰਾ ਵੱਡਾ ਸਿਗਨਲ ਸੀ, ਸੁਨੇਹਾ ਸੀ, ਮੈਸੇਜ ਸੀ ਕਿ ਹੁਣ ਤਾਂ ਕੋਰਸ ਕਰੈਕਸ਼ਨ ਕਰ ਲਓ। ਉਸ ਵਕਤ ਵੀ ਸੁਖਬੀਰ ਬਾਦਲ ਨੇ ਇਹ ਨਹੀਂ ਸਮਝਿਆ ਜ਼ਰੂਰੀ ਕਿ ਉਹ ਆਪਣੀ ਪ੍ਰਧਾਨਗੀ ਨੂੰ ਛੱਡਣ, ਅਲਵਿਦਾ ਕਹਿਣ। ਘੱਟੋ ਘੱਟ 3 ਜਾਂ 4 ਸਾਲ ਲਈ ਜੇ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਦੂਰ ਰਹਿ ਲੈਂਦੇ ਤਾਂ ਸ਼ਾਇਦ ਪਾਰਟੀ ਦੇ ਵਿੱਚ, ਲੋਕਾਂ ਦੇ ਵਿੱਚ, ਵਰਕਰਾਂ ਦੇ ਵਿੱਚ
ਤੇ ਵੋਟਰਾਂ ਦੇ ਵਿੱਚ ਇੱਕ ਨਵੀਂ ਜਾਨ ਫੂੰਕ ਸਕਦੇ, ਇੱਕ ਰਿਵਾਈਵਲ ਦੀ ਸਟ੍ਰੈਟਜੀ ਬਣਾ ਸਕਦੇ। ਲੇਕਿਨ ਪ੍ਰਧਾਨਗੀ ਦੀ ਕੁਰਸੀ ਜ਼ਿਆਦਾ ਪਿਆਰੀ ਸੀ, ਸੁਖਬੀਰ ਬਾਦਲ ਚਿਪਕ ਕੇ ਬੈਠੇ ਰਹੇ। ਦੋਸਤੋ, ਤੀਸਰਾ ਤੇ ਇੱਕ ਹੋਰ ਬਹੁਤ ਵੱਡਾ ਮੌਕਾ ਉਸ ਵਕਤ ਸਾਹਮਣੇ ਆਇਆ ਜਦੋਂ ਅਕਾਲੀ ਦਲ ਦੇ ਹੀ ਇੱਕ ਬਾਗੀ ਧੜੇ ਨੇ ਸ਼ਿਕਾਇਤ ਪੱਤਰ ਦੇਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਅਦਬੀਆਂ ਦੇ ਸੰਦਰਭ ਵਿੱਚ ਤੇ ਹੋਰ ਕਈ ਨੁਕਤਿਆਂ ਨੂੰ ਲੈ ਕੇ ਪ੍ਰਧਾਨ ਦੀ ਭੂਮਿਕਾ ਉੱਤੇ ਸਵਾਲ ਚੁੱਕੇ। ਸ਼੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਵੀ ਮੰਗ ਲਿਆ। ਬੰਦ ਲਿਫਾਫੇ ਦੇ ਵਿੱਚ ਸਪਸ਼ਟੀਕਰਨ ਸੁਖਬੀਰ ਬਾਦਲ ਦੇ ਵੀ ਹੈ ਸ਼੍ਰੀ ਅਕਾਲ ਤਖਤ ਸਾਹਿਬ। ਉਹ ਵੀ ਇੱਕ ਮੌਕਾ ਸੀ ਜਦੋਂ ਆਪਣੀ ਪ੍ਰਧਾਨਗੀ ਦੇ ਅਹੁਦੇ ਨੂੰ ਅਲਵਿਦਾ ਕਹਿ ਕੇ ਆਪਣੀ ਬਚੀ ਖੁਚੀ ਸਾਖ ਬਚਾਈ ਜਾ ਸਕਦੀ ਸੀ, ਲੇਕਿਨ ਉਹ ਵੀ ਸੁਖਬੀਰ ਬਾਦਲ ਨੇ ਨਹੀਂ ਕੀਤਾ। ਉਸ ਤੋਂ ਬਾਅਦ ਦੀ 2-4 ਸਾਡੀਆਂ ਰਿਪੋਰਟ ਚੱਲੀਆਂ, ਕੁਝ ਜਿਹੇ ਇੰਟਰਵਿਊਜ਼ ਹੋਏ, ਇਸ ਤੋਂ ਬਾਅਦ ਲਗਾਤਾਰ ਉਸ ਕਹਿ ਸਕਦੇ ਕਿ ਬਵੰਡਰ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਉਲਝਦਾ ਗਿਆ। ਤੇ ਅੱਜ ਹਾਲਾਤ ਇਹ ਨੇ ਕਿ ਇੱਕ ਪੰਥਕ ਸਿਆਸੀ ਪਾਰਟੀ, 125 ਸਾਲ ਪੁਰਾਣੀ ਸਿਆਸੀ ਪਾਰਟੀ, ਉਸਦੇ ਲੱਖਾਂ ਵਰਕਰ ਵੋਟਰ ਅੱਜ ਘਰੇ ਬੈਠਣਗੇ ਤੇ ਤਮਾਸ਼ਾ ਦੇਖਣਗੇ ਜਮਹੂਰੀਅਤ ਦਾ, ਜਿਸ ਨੂੰ ਮੈਂ ਤਮਾਸ਼ਾ ਇਸ ਵਾਸਤੇ ਕਹਿਣਾ ਹੈ ਕਿਉਂਕਿ ਜ਼ਿਮਨੀ ਚੋਣਾਂ ਆਪਣੇ ਆਪ ਦੇ ਵਿੱਚ ਹੀ ਹਮੇਸ਼ਾ ਤਮਾਸ਼ਾ ਹੁੰਦੀਆਂ ਨੇ, ਲੇਕਿਨ ਇਸ ਤਮਾਸ਼ੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵੱਖਰਾ ਤਮਾਸ਼ਾ ਇਸ ਵਾਰ ਦੇਖਣ ਨੂੰ ਮਿਲੇਗਾ। ਦੋਸਤੋ, ਇਸ ਰਿਪੋਰਟ ਨੂੰ ਮੈਂ ਇੱਥੇ ਰੋਕਾਂਗਾ। ਤੁਹਾਡੇ ਕੋਈ ਵਿਚਾਰ ਹੋਣ ਜ਼ਰੂਰ ਇਸ ਵਿਸ਼ੇ ਉੱਤੇ ਲਿਖੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਇੱਕ ਹੋਰ ਰਿਪੋਰਟ ਲੈ ਕੇ ਫਿਰ ਛੇਤੀ ਹੋਏਗੀ ਮੁਲਾਕਾਤ। ਮਿਲਦੇ ਹਾਂ।